कोई भी इलीगल कॉलोनी है जिहड़ी ਉਹ ਕੱਟਣ नहीं ਦਿੱਤੀ ਜਾਊਗੀ। ਜੇ ਕੋਈ ਕੱਟਦਾ मैं ਤੁਹਾਡੇ ਜ਼ਰੀਏ ਸਾਰਿਆਂ ਨੂੰ ਬੇਨਤੀ ਕਰਦਾ ਕਿ ਨਾ ਕੋਈ ਇਲੀਗਲ ਕॉलोनी ਕੱਟੇ, ਨਾ ਕੋਈ ਇਲੀਗਲ ਕॉलोनी ਦੇ ਵਿੱਚ ਪਲਾਟ ਜਾਂ ਮਕਾਨ ਲਵੇ। ਹਰ ਦੂਜੇ ਤੀਜੇ ਸਾਲ ਪੰਜਾਬ ਸਰਕਾਰ ਰੈਗੂਲਰਾਈਜੇਸ਼ਨ ਪਾਲਿਸੀ ਲਿਆਉਂਦੀ ਹੈ ਤੇ ਰੈਗੂਲਰਾਈਜੇਸ਼ਨ ਪਾਲਿਸੀ ਦੇ ਨਾਂ ਦੇ ਉੱਪਰ ਪਾਪਰਾ ਐਕਟ ਦੀਆਂ ਧੱਜੀਆਂ ਉਡਾ ਦਿੱਤੀਆਂ ਜਾਂਦੀਆਂ ਨੇ ਵੀ ਜੇ ਤੁਸੀਂ ਉਹਨੂੰ ਫੋਲੋ ਹੀ ਨਹੀਂ ਕਰਨਾ, ਆਪਦੇ ਕਾਨੂੰਨ ਨਹੀਂ ਫੋਲੋ ਨਹੀਂ ਕਰਨਾ ਤੇ ਤੁਸੀਂ ਉਹਨੂੰ ਡਿਸਪੋਜ਼ ਆਫ ਕਰ ਦਿਓ। ਇਸ ਕਰਕੇ ਐਨਓਸੀ ਦੀ ਪ੍ਰੋਵੀਜ਼ਨ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ। ਹੁਣ ਤਕਰੀਬਨ 3.5 ਮਹੀਨੇ ਪਹਿਲਾਂ ਅਸੀਂ ਇੱਕ ਆਨਲਾਈਨ ਪੋਰਟਲ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਜਿਹਦੇ ਵਿੱਚ ਕੁਝ ਡਾਕੂਮੈਂਟੇਸ਼ਨ ਤੁਸੀਂ ਸਬਮਿਟ ਕਰੋ ਆਨਲਾਈਨ ਤੇ ਵਿਦਿਨ 15 ਡੇਜ਼ ਤੁਹਾਨੂੰ ਐਨਓਸੀ ਜਿਹੜਾ ਉਹ ਮਿਲ ਜਾਏਗਾ ਤੇ ਤੁਸੀਂ ਉਹ ਐਨਓਸੀ ਦੇ ਨਾਲ ਆਪਦੀ ਰਜਿਸਟਰੀ ਜਿਹੜੀ ਉਹ ਕਰਵਾ ਸਕਦੇ ਹੋ। ਜਿਹੜੇ ਰਿਮੋਟ ਏਰੀਆਜ਼ ਨੇ, ਰਿਮੋਟ ਵਿਲੇजेस ਨੇ ਜਿੱਥੇ ਨਾ ਕਾਲੋਨੀ ਕਟੀ ਹੈ ਤੇ ਨਾ ਕਾਲੋਨਾਈਜੇਸ਼ਨ ਹੋਣ ਦਾ ਕੋਈ ਚਾਂਸ ਹੈ, ਉਹ ਅਸੀਂ ਔਨ ਗਰਾਊਂਡ ਵੈਰੀਫਾਈ ਕੀਤਾ ਤੇ 5773 ਪਿੰਡਾਂ ਨੂੰ ਅਸੀਂ ਐਗਜ਼ੈਂਪਟ ਕਰ ਦਿੱਤਾ ਇਹਦੇ ਵਿੱਚੋਂ। ਜਿਹੜੇ ਰਿਮੋਟ ਏਰੀਆਜ਼ ਨੇ, ਰਿਮੋਟ ਵਿਲੇजेस ਨੇ ਜਿੱਥੇ ਨਾ ਕਾਲੋਨੀ ਕਟੀ ਹੈ ਤੇ ਨਾ ਕਾਲੋਨਾਈਜੇਸ਼ਨ ਹੋਣ ਦਾ ਕੋਈ ਚਾਂਸ ਹੈ, ਉਹ ਅਸੀਂ ਔਨ ਗਰਾਊਂਡ ਵੈਰੀਫਾਈ ਕੀਤਾ ਤੇ 5773 ਪਿੰਡਾਂ ਨੂੰ ਅਸੀਂ ਐਗਜ਼ੈਂਪਟ ਕਰ ਦਿੱਤਾ ਇਹਦੇ ਵਿੱਚੋਂ। ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਦੇ ਸਾਰੇ ਮੀਡੀਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇਸ ਵਿਜ਼ਿਟ ਨੂੰ, ਇਸ ਮੀਟਿੰਗ ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋ। ਔਰ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਹਰਭਜਨ ਸਿੰਘ ਜੀਟੀਓ ਸਾਹਿਬ ਮੇਰੇ ਕੈਬਨਿਟ ਕੁਲੀਗ ਨੇ ਔਰ ਹਰਿੰਦਰ ਜੀ ਸਾਡੇ ਪਾਰਟੀ ਦੇ ਸਾਰੇ ਸਤਿਕਾਰਯੋਗ ਸਾਥੀ, ਸਾਰੇ ਪੀਡੀਏ ਦੇ, ਏਡੀਏ ਦੇ ਔਰ ਸਾਰੇ ਆਫੀਸਰ ਸਾਹਿਬਾਨ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਅੱਜ ਸਾਡਾ ਇੱਥੇ ਆਉਣ ਦਾ ਮਕਸਦ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ, ਅੰਮ੍ਰਿਤਸਰ ਗੁਰੂ ਸਾਹਿਬ ਦੀ ਧਰਤੀ, ਔਰ ਮੈਂ ਸਮਝਦਾ ਕਿ ਇੱਥੇ ਇਸ ਧਰਤੀ ਦੇ ਉੱਪਰ ਜਿੰਨਾ ਕੰਮ ਸਰਕਾਰਾਂ ਵੱਲੋਂ, ਲੋਕਾਂ ਵੱਲੋਂ, ਸਮਾਜ ਵੱਲੋਂ ਕਰ ਲਿਆ ਜਾਵੇ ਉਨਾ ਹੀ ਥੋੜਾ। ਪਹਿਲਾਂ ਵੀ 2-3 ਵਾਰੀ ਪ੍ਰੋਗਰਾਮ ਬਣਿਆ ਪਰ ਕੁਝ ਅਜਿਹੇ ਰਹੇ ਜਿਹਦੀ ਵਜ੍ਹਾ ਕਰਕੇ ਪ੍ਰੋਗਰਾਮ ਪੋਸਟਪੋਨ ਹੁੰਦਾ ਰਿਹਾ। ਅੱਜ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਔਰ ਦੁਰਗਿਆਣਾ ਮੰਦਿਰ ਨਤਮਸਤਕ ਹੋ ਕੇ ਮੀਟਿੰਗ ਹੈ ਜਿਹੜੀ ਕੀਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਸਰ ਦੇ ਲਈ ਕਈ ਵੱਡੇ ਪਲਾਨਸ ਨੇ ਜਿਹੜੇ ਉਹ ਸਰਕਾਰ ਦੇ, ਭਗਵੰਤ ਮਾਨ ਜੀ ਦੇ ਔਰ ਸਾਡੇ ਡਿਪਾਰਟਮੈਂਟ ਦੇ ਧਿਆਨ ਦੇ ਵਿੱਚ ਨੇ। ਔਰ ਡਿਵੈਲਪਰਸ ਦੇ ਨਾਲ ਮੀਟਿੰਗ ਸਾਡੀ ਹੋ ਚੁੱਕੀ ਹੈ, RWAs ਨਾਲ ਮੀਟਿੰਗ ਹੈ ਔਰ ਅੰਮ੍ਰਿਤਸਰ ਦੇ ਵਿੱਚ ਜਿੰਨੇ ਵੀ ਕੋਈ ਇਸ਼ੂਜ਼ ਪੈਂਡਿੰਗ ਹੈਗੇ ਰਿਗਾਰਡਿੰਗ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਉਹ ਡਿਸਕਸ ਕੀਤੇ ਨੇ। ਡਿਵੈਲਪਰਸ ਦੀਆਂ ਕੀ ਇਸ਼ੂਜ਼ ਨੇ, ਕਿਉਂਕਿ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਹੈ ਜਿਹੜਾ ਸਾਡਾ ਸਕੋਪ, ਸਾਡਾ ਪਰਪਸ, ਮਕਸਦ ਕਿ ਇੱਕ ਪਲਾਨਡ ਡਿਵੈਲਪਮੈਂਟ ਹੈ ਜਿਹੜੀ ਉਹ ਦਿੱਤੀ ਜਾ ਸਕੇ। ਔਰ ਇਹਦੇ ਲਈ ਜਿੱਥੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ ਉੱਥੇ ਮੀਡੀਆ ਦੇ ਵੀ ਸਾਥੀਆਂ ਦੀ ਲੋੜ ਹੈ ਤਾਂ ਕਿ ਇੱਕ ਚੰਗਾ ਵਧੀਆ ਸੁਖਾਵਾਂ ਮਾਹੌਲ ਹੈ ਜਿਹੜਾ ਉਹ ਦੇ ਸਕੀਏ। ਔਰ ਆਉਣ ਵਾਲੇ ਸਮੇਂ ਦੇ G20 ਦੀ ਸਮਿਟ ਹੈ ਜਿਹੜੀ ਉਹ ਵੀ ਹੋਣੀ ਹੈ। ਹਰ ਰੋਜ਼ ਦੇ ਤਕਰੀਬਨ 1 ਲੱਖ ਦੇ ਕਰੀਬ ਸ਼ਰਧਾਲੂ ਇੱਥੇ ਆਉਂਦੇ, ਸੋ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਵਧੀਆ ਇਨਫਰਾਸਟ੍ਰਕਚਰ ਹੈ ਜਿਹੜਾ ਪਲਾਨਡ ਤਰੀਕੇ ਦੇ ਨਾਲ ਉਹ ਦਿੱਤਾ ਜਾ ਸਕੇ। ਇਹੀ ਸਾਰੇ ਡਿਸਕਸ਼ਨਸ, ਡੈਲੀਬਰੇਸ਼ਨ ਕਰਨ ਦੇ ਲਈ ਅੱਜ ਇੱਥੇ ਪਹੁੰਚਿਆ। ਬਾਕੀ ਤੁਹਾਡਾ ਕੋਈ ਕਿਸੇ ਤਰੀਕੇ ਸਵਾਲ ਜੀ? ਬਹੁਤ ਸਾਰੀਆਂ ਇਲੀਗਲ ਕਲੋਨੀਜ਼ ਹੈ ਜਿਨ੍ਹਾਂ ਨੇ ਪੁੱਡਾ ਤੋਂ ਅਪਰੂਵਲ ਤਾਂ ਲਈ ਹੈ ਪਰ ਪੁੱਡਾ ਨੂੰ ਫੀਸਿਸ ਨਹੀਂ ਜਮ੍ਹਾਂ ਕਰਾਈਆਂ, ਉਹਦੇ ਬਾਰੇ ਸਰਕਾਰ ਕੀ ਕਰ ਰਹੀ ਹੈ? ਦੇਖੋ, ਇਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਪਹਿਲਾਂ ਦੀ ਸਰਕਾਰਾਂ ਦੀਆਂ ਗਲਤ ਪਾਲਿਸੀਜ਼ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਤਕਰੀਬਨ 14,000 ਇਲੀਗਲ ਕਾਲੋਨੀਜ਼ ਦਾ ਇੱਕ ਅਰਬਨ ਜੰਗਲ ਹੈ ਜਿਹੜਾ ਉਹ ਖੜਾ ਹੋ ਚੁੱਕਿਆ। ਔਰ ਪਿਛਲੇ ਦਿਨਾਂ 'ਚ ਤੁਹਾਡੇ ਧਿਆਨ ਦੇ ਵਿੱਚ ਹੋਊਗਾ ਇਹਦੇ ਉੱਪਰ ਅਸੀਂ ਸਖਤੀ ਵੀ ਕਾਫੀ ਕੀਤੀ ਹੈ ਕਿਉਂਕਿ ਉਹ ਕਰਨੀ ਬਣਦੀ ਸੀਗੀ, ਕਿਉਂਕਿ ਕਈ ਥਾਵਾਂ ਤੇ ਇਹੋ ਜਿਹੇ ਚਾਂਸਿਸ ਦੇਖੇ ਨੇ, ਇਹੋ ਜਿਹੇ ਇੰਸਟੈਂਸਿਸ ਆਏ ਨੇ ਧਿਆਨ ਦੇ ਵਿੱਚ ਵੀ ਜੇ ਕਿਤੇ ਅੱਗ ਲੱਗ ਜੇ ਤੇ ਫਾਇਰ ਬ੍ਰਿਗੇਡ ਵੀ ਨਹੀਂ ਪਹੁੰਚ ਸਕਦੀ ਹੈਗੀ। ਔਰ ਟਾਈਮ ਐਂਡ ਅਗੇਨ ਰੈਗੂਲਰਾਈਜੇਸ਼ਨ ਪਾਲਿਸੀ ਦੇ ਨਾਂ ਦੇ ਉੱਪਰ ਸਾਰੀਆਂ ਜਿਹੜੀਆਂ ਪਿਛਲੀਆਂ ਰੈਗੂਲਰਾਈਜੇਸ਼ਨ ਕੀਤੀਆਂ ਜਾਂਦੀਆਂ ਰਹੀਆਂ ਔਰ ਉਹਨੇ ਇਨਕਰੇਜ ਕੀਤਾ ਕਿ ਜਿਹੜੇ ਲੀਗਲ ਆਥੋਰਾਈਜ਼ਡ ਕਾਲੋਨੀਆਂ, ਅਪਰੂਵਡ ਕਾਲੋਨੀਆਂ ਕੱਟਣੀਆਂ ਸੀਗੀਆਂ ਉਹ ਡਿਸਕਰੇਜ ਹੋ ਗਏ ਔਰ ਇਲੀਗਲ ਕਾਲੋਨੀਆਂ ਕੱਟੀਆਂ ਜਾਂਦੀਆਂ ਨੇ 14,000 ਦੇ ਕਰੀਬ ਪਹੁੰਚ ਚੁੱਕੀਆਂ। ਉਹਦੇ ਉੱਪਰ ਅਸੀਂ ਅੱਜ ਵੀ ਅਧਿਕਾਰੀਆਂ ਨੂੰ ਸਖਤ ਹਦਾਇਤ ਕਰਕੇ ਹਟੇ ਕਿ ਕੋਈ ਵੀ ਇਲੀਗਲ ਕਾਲੋਨੀ ਹੈ ਜਿਹੜੀ ਉਹ ਕੱਟਣ ਨਹੀਂ ਦਿੱਤੀ ਜਾਊਗੀ। ਜੇ ਕੋਈ ਕੱਟਦਾ ਮੈਂ ਤੁਹਾਡੇ ਜ਼ਰੀਏ ਸਾਰਿਆਂ ਨੂੰ ਬੇਨਤੀ ਕਰਦਾ ਕਿ ਨਾ ਕੋਈ ਇਲੀਗਲ ਕਾਲੋਨੀ ਕੱਟੇ, ਨਾ ਕੋਈ ਇਲੀਗਲ ਕਾਲੋਨੀ ਦੇ ਵਿੱਚ ਪਲਾਟ ਜਾਂ ਮਕਾਨ ਲਵੇ, ਕਿਉਂਕਿ ਬਹੁਤ ਥਾਵਾਂ ਤੇ ਅਸੀਂ ਪਹਿਲਾਂ ਇਹ ਦੇਖਿਆ ਕਿ ਇਲੀਗਲ ਕਾਲੋਨੀ ਕੱਟੀ, ਸਿੱਧਾ ਜ਼ਿਮੀਂਦਾਰ ਤੋਂ ਪਲਾਟ ਓਨਰ ਨੂੰ ਰਜਿਸਟਰੀ ਕਰਾਈ ਤੇ ਬੰਦਾ ਆਪ ਬਾਹਰ ਨਿਕਲ ਜਾਂਦਾ ਸੀਗਾ। ਨਾ ਉੱਥੇ ਸੜਕ, ਨਾ ਉੱਥੇ ਲਾਈਟ ਇਨਫਰਾਸਟ੍ਰਕਚਰ, ਨਾ ਉੱਥੇ ਕੋਈ ਸੀਵਰੇਜ ਪਾਣੀ ਦਾ ਪ੍ਰਬੰਧ, ਲੋਕਾਂ ਨੂੰ ਮੁਸ਼ਕਲ ਆਉਂਦੀਆਂ ਸੀਗੀਆਂ। ਅਸੀਂ ਇਸੇ ਮਕਸਦ ਦੇ ਨਾਲ ਅਫੋਰਡੇਬਲ ਹਾਊਸਿੰਗ ਦੀ ਨਵੀਂ ਪਾਲਿਸੀ ਲੈ ਕੇ ਆਏ ਹਾਂ, ਡਿਵੈਲਪਰਸ ਦੀ ਸਲਾਹ ਦੇ ਨਾਲ ਲੈ ਕੇ ਆਏ ਹਾਂ। ਉਹਦੇ ਵਿੱਚ ਅਸੀਂ ਸੇਲੇਬਲ ਏਰੀਆ ਜਿਹੜਾ ਉਹ ਵੀ ਵਧਾ ਦਿੱਤਾ, ਜਿਹੜੇ EDC ਚਾਰਜਿਸ ਨੇ ਉਹ ਵੀ ਘਟਾ ਦਿੱਤੇ। ਸੋ ਪਲਾਨਡ ਤਰੀਕੇ ਦੇ ਨਾਲ ਜਿਹੜੀ ਅਗਲੀ ਡਿਵੈਲਪਮੈਂਟ ਹੈ ਉਹ ਹੋਣੀ ਹੈ। ਜੇ ਇਲੀਗਲ ਕਾਲੋਨੀਆਂ ਦਾ ਕੰਮ ਪਿਛਲੀਆਂ ਦਾ ਜਿਸ ਦਿਨ ਸਰਕਾਰ ਬਣੀ ਹੈ
ਉਸ ਦਿਨ ਉਸ ਦਿਨ ਤੱਕ ਕੀ ਸੀਗਾ ਸਿਚੁਏਸ਼ਨ ਔਰ ਉਹਦਾ ਕਿਵੇਂ ਹੱਲ ਕਰਨਾ ਹੈ, ਉਹਦੇ ਬਾਰੇ ਸਰਕਾਰ ਧਿਆਨ ਕਰ ਰਹੀ ਹੈ। ਉਹਦੇ ਬਾਰੇ ਵਿਚਾਰ ਚਰਚਾ ਜਿਹੜੀ ਚੱਲ ਰਹੀ ਹੈ। ਭਗਵੰਤ ਮਾਨ ਜੀ ਖੁਦ ਆਪ ਉਹਦੇ ਵਾਸਤੇ ਬੜੇ ਫਿਕਰਮੰਦ ਨੇ, ਪਰ ਅੱਗੇ ਵਾਸਤੇ ਕੋਈ ਵੀ ਇਲੀਗਲ ਕਾਲੋਨੀ, ਇਲੀਗਲ ਸਟਰਕਚਰ ਹੈ ਜਿਹੜਾ ਅਸੀਂ ਅਲਾਉ ਨਹੀਂ ਕਰਾਂਗੇ। ਸਰ ਮੇਰਾ ਖਿਆਲ ਰਜਿਸਟਰੀਆਂ ਨੇ ਕਿਸ ਤਰੀਕੇ ਨਾਲ ਹੋਣਗੀਆਂ ਜਿਹੜੀਆਂ ਪਿਛਲੇ ਦਿਨੀ ਤੁਸੀਂ ਆ ਸਰਕਾਰ ਸੌਰੀ ਕੀ ਕਹਿ ਰਹੇ ਹੋ? ਰਜਿਸਟਰੀਆਂ ਜਿਹੜੀਆਂ ਸੀ ਸਰਕਾਰ ਬੰਦ ਹੋ ਗਈਆਂ ਸੀ ਇਲੀਗਲ ਕਲੋਨੀਜ਼ ਦੀਆਂ, ਉਹ ਦੁਬਾਰਾ ਸ਼ੁਰੂ ਹੋਣਗੀਆਂ ਨਹੀਂ ਹੋਣਗੀਆਂ ਵੀ, ਤੇ ਕਿਸ ਜਿਹੜੇ ਆ ਉਹਦਾ ਪੈਰਾਮੀਟਰਸ ਲੈਣਗੇ? ਦੇਖੋ ਇਸ ਤਰ੍ਹਾਂ ਕਿ ਇਹ ਜਿਹੜੀਆਂ ਰਜਿਸਟਰੀ ਤੁਸੀਂ ਗੱਲ ਕਰਦੇ ਹੋ, ਐਨਓਸੀਜ਼ ਲੈਣਾ ਪੈਂਦਾ ਸੀਗਾ ਰਜਿਸਟਰੀਆਂ ਕਰਾਉਣ ਦੇ ਲਈ। ਇਹਦਾ ਬੈਕਗ੍ਰਾਉਂਡ ਕੀ ਤੁਹਾਨੂੰ ਮੈਂ ਉਹ ਦੱਸਣਾ ਚਾਹੁੰਦਾ। ਹਾਈ ਕੋਰਟ ਦੇ ਵਿੱਚ ਇੱਕ ਕੇਸ ਹੋਇਆ ਜਿਸ ਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਇੱਕ ਪਾਸੇ ਪਾਪਰਾ ਐਕਟ ਹੈ ਔਰ ਦੂਜੇ ਪਾਸੇ ਹਰ ਦੂਜੇ ਤੀਜੇ ਸਾਲ ਪੰਜਾਬ ਸਰਕਾਰ ਰੈਗੂਲਰਾਈਜੇਸ਼ਨ ਪਾਲਿਸੀ ਲਿਆਉਂਦੀ ਹੈ, ਤੇ ਰੈਗੂਲਰਾਈਜੇਸ਼ਨ ਪਾਲਿਸੀ ਦੇ ਨਾਂ ਦੇ ਉੱਪਰ ਪਾਪਰਾ ਐਕਟ ਦੀਆਂ ਧੱਜੀਆਂ ਉਡਾ ਦਿੱਤੀਆਂ ਜਾਂਦੀਆਂ ਨੇ ਵੀ ਜੇ ਤੁਸੀਂ ਉਹਨੂੰ ਫੋਲੋ ਹੀ ਨਹੀਂ ਕਰਨਾ, ਆਪਦੇ ਕਾਨੂੰਨ ਨਹੀਂ ਫੋਲੋ ਨਹੀਂ ਕਰਨਾ, ਤੇ ਤੁਸੀਂ ਉਹਨੂੰ ਡਿਸਪੋਜ਼ ਆਫ ਕਰ ਦਿਓ। ਇਸ ਕਰਕੇ ਐਨਓਸੀ ਦੀ ਪ੍ਰੋਵੀਜ਼ਨ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ। ਹੁਣ ਤਕਰੀਬਨ 3.5-4 ਮਹੀਨੇ ਪਹਿਲਾਂ ਅਸੀਂ ਇੱਕ ਆਨਲਾਈਨ ਪੋਰਟਲ ਹੈ ਜਿਹੜਾ ਉਹ ਜਾਰੀ ਕਰ ਦਿੱਤਾ, ਜਿਹਦੇ ਵਿੱਚ ਕੁਝ ਡਾਕੂਮੈਂਟੇਸ਼ਨ ਤੁਸੀਂ ਸਬਮਿਟ ਕਰੋ ਆਨਲਾਈਨ, ਤੇ ਵਿਦਿਨ 15 ਡੇਜ਼ ਤੁਹਾਨੂੰ ਐਨਓਸੀ ਜਿਹੜਾ ਉਹ ਮਿਲ ਜਾਏਗਾ। ਤੁਸੀਂ ਉਹ ਐਨਓਸੀ ਦੇ ਨਾਲ ਆਪਦੀ ਰਜਿਸਟਰੀ ਜਿਹੜੀ ਉਹ ਕਰਵਾ ਸਕਦੇ ਹੋ। ਨੰਬਰ 1। ਨੰਬਰ 2, ਅਸੀਂ ਸਾਰੇ ਪੰਜਾਬ ਦੇ ਸਰਵੇ ਕੀਤਾ ਔਰ ਇਹ ਉਹਦਾ ਪਰਪਸ ਮਕਸਦ ਇਹ ਸੀਗਾ ਕਿ ਜਿਹੜੇ ਰਿਮੋਟ ਏਰੀਆਜ਼ ਨੇ, ਰਿਮੋਟ ਵਿਲੇजेस ਨੇ, ਜਿੱਥੇ ਨਾ ਕਾਲੋਨੀ ਕਟੀ ਹੈ ਤੇ ਨਾ ਕਾਲੋਨਾਈਜੇਸ਼ਨ ਹੋਣ ਦਾ ਕੋਈ ਚਾਂਸ ਹੈ, ਉਹ ਅਸੀਂ ਔਨ ਗਰਾਊਂਡ ਵੈਰੀਫਾਈ ਕੀਤਾ ਤੇ 5773 ਪਿੰਡਾਂ ਨੂੰ ਅਸੀਂ ਐਗਜ਼ੈਂਪਟ ਕਰ ਦਿੱਤਾ ਇਹਦੇ ਵਿੱਚੋਂ। ਹੁਣ ਜਿਹੜਾ ਏਰੀਆ ਰਹਿ ਗਿਆ ਉਹ ਰਹਿ ਗਿਆ ਜਿਹੜੇ ਮਿਊਨਿਸਪਲ ਕਮੇਟੀਜ਼ ਦੇ ਅੰਦਰ ਆਉਂਦਾ, ਮਿਊਨਿਸਪਲ ਕਾਰਪੋਰੇਸ਼ਨ ਦੇ ਅੰਦਰ, ਔਰ ਜਾਂ ਜਿਹੜੇ ਉਹਦੇ ਸਰਾਊਂਡਿੰਗ ਸਬਰਬਨ ਵਿਲੇजेस ਨੇ, ਉਹਦੇ ਵਾਸਤੇ ਜਿਹਨੇ ਤਾਂ ਕੰਮ ਦਰੁਸਤ ਕੀਤਾ ਹੋਇਆ, ਸਹੀ ਕੀਤਾ ਹੋਇਆ, ਲੀਗਲ ਕਾਲੋਨੀ ਕੱਟੀ ਹੋਈ, ਸਾਰੀਆਂ ਪਰਮਿਸ਼ਨਸ ਉਹਦੇ ਕੋਲ ਹੈਗੀਆਂ, ਉਹਨੂੰ ਫਿਕਰ ਕਰਨ ਦੀ ਦਿੱਕਤ ਕੋਈ ਨਹੀਂ ਹੈ, ਫਿਕਰ ਕਰਨ ਦੀ ਲੋੜ ਕੋਈ ਨਹੀਂ ਹੈਗੀ। ਉਹ ਪਾਰਟਿਕੂਲਰ ਡਾਕੂਮੈਂਟਸ ਦੇ ਨਾਲ ਤੁਸੀਂ ਆਨਲਾਈਨ ਅਪਲਾਈ ਕਰੋ, ਕਾਲੋਨੀ ਵੀ ਕਰ ਸਕਦੀ ਹੈ ਔਰ ਇੱਕ ਇੰਡੀਵਿਜੂਅਲ ਪਲਾਟ ਹੋਲਡਰ ਵੀ ਕਰ ਸਕਦਾ। ਤੁਹਾਨੂੰ 15 ਦਿਨਾਂ ਵਿੱਚ ਐਨਓਸੀ ਮਿਲ ਜੂਗਾ, ਰਜਿਸਟਰੀ ਹੋ ਜੂਗੀ। ਸਿਰਫ ਔਰ ਸਿਰਫ ਇਸ਼ੂ ਜਿਹੜਾ ਬਚਦਾ ਉਹ ਉਹਨਾਂ ਦਾ ਬਚਦਾ ਜਿਨ੍ਹਾਂ ਨੇ ਇਲੀਗਲ ਕੱਟੀਆਂ ਹੋਈਆਂ ਨੇ, ਸਬਰਬਨ ਏਰੀਆਜ਼ ਦੇ ਵਿੱਚ, ਸ਼ਹਿਰ ਦੀ ਮਿਊਨਿਸਪਲ ਕਮੇਟੀ ਦੀ ਹੱਦ ਦੇ ਵਿੱਚ ਆ ਗਏ, ਉਹਨਾਂ ਦਾ ਇਸ਼ੂ ਹੈ, ਜਿਹਦੇ ਬਾਰੇ ਸਰਕਾਰ ਭਗਵੰਤ ਮਾਨ ਜੀ ਖੁਦ ਆਪ ਅਸੀਂ ਸਾਰੇ ਲੱਗੇ ਹੋਏ ਤੇ ਹੋ ਸਕਦਾ ਬੜੀ ਜਲਦੀ ਹੀ ਉਹਦੇ ਬਾਰੇ ਵੀ ਕੋਈ ਨਾ ਕੋਈ ਇੱਕ ਡਿਸੀਜਨ ਹੈ ਜਿਹੜਾ ਲਈਏ ਤਾਂ ਕਿ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ। What about those people ਜਿਨ੍ਹਾਂ ਨੇ 25% ਪੈਸੇ ਤਾਂ ਜਮ੍ਹਾਂ ਕਰਾਏ ਕਲੋਨੀ ਅਪਰੂਵ ਕਰਨ ਵਾਸਤੇ, ਪਲਾਟ ਵੇਚੇ ਤੇ ਚਲੇ ਗਏ? ਉਹ ਬਹੁਤ ਛੋਟਾ ਬੰਦੇ ਤਾਂ ਹੈ ਨਹੀਂ, ਵੱਡੇ ਲੋਕ ਹੈ ਜਿਨ੍ਹਾਂ ਨੇ ਵੀ ਕਲੋਨੀਆਂ ਕੱਟੀਆਂ, ਉਹਨਾਂ ਤੋਂ ਜਿਹੜੀ ਫੀਸ ਦੀ ਵਸੂਲੀ ਦੀ ਸਰਕਾਰ ਕੋਈ ਪਲਾਨਿੰਗ ਬਣਾ ਰਹੀ ਹੈ? ਜਿਵੇਂ ਤੁਸੀਂ that is what I am saying. We are not going to exempt anybody whether he is big or small. No. How much time it will take? Listen, it is already under process. Anybody who tries to play with the law, he will not be allowed. Today only in the meeting of developers, I told my officers very clearly that anybody who tries to run away from the law or don't want to deposit money to the authority or want to fleece the people, he should not be allowed.